ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਹਾਂ ਲਾਈਵ ਬਾਰ ਨਿਊਜ਼ ਤੇ। ਜਿਵੇਂ ਕਿ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਬਿਲਕੁਲ ਵੀ ਸਮਾਂ ਨਹੀਂ ਕੱਢ ਪਾਉਂਦੇ ਆਪਣੇ ਸਰੀਰ ਨੂੰ ਕਸਰਤ ਦੇਣ ਦਾ, ਤੇ ਉਸੇ ਦਾ ਰਿਜ਼ਲਟ ਇਹ ਹੁੰਦਾ ਕਿ ਆਪਾਂ ਕਈ ਤਰ੍ਹਾਂ ਦੇ ਜੋੜਾਂ ਦੀਆਂ ਦਰਦਾਂ ਤੋਂ ਤਕਲੀਫ ਵਿੱਚ ਰਹਿੰਦੇ ਹਾਂ। ਤੇ ਆਓ ਅਸੀਂ ਅੱਜ ਜੋੜਾਂ ਦੇ ਮਾਹਿਰ ਡਾਕਟਰ ਮੋਹਿਤ ਅਰੋੜਾ ਜੀ ਨਾਲ ਗੱਲਬਾਤ ਕਰਾਂਗੇ, ਜੋ ਕਿ ਸਕਾਟ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਜੁਆਇੰਟ ਰਿਪਲੇਸਮੈਂਟ ਸੈੱਲ ਵੀ ਹਨ। ਤੇ ਉਹਨਾਂ ਬਾਰੇ ਅਸੀਂ ਇਸ ਵਿਚਾਰਾਂ 'ਤੇ ਚਰਚਾ ਕਰਾਂਗੇ ਕਿ ਜੋੜ ਬਦਲਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਤੇ ਇਹ ਬਿਮਾਰੀ ਦਿਨ ਬ ਦਿਨ ਕਿਉਂ ਵੱਧਦੀ ਜਾ ਰਹੀ ਹੈ ਸਾਡੇ ਦੇਸ਼ ਦੇ ਵਿੱਚ। ਡਾਕਟਰ ਸਾਹਿਬ, ਸਵਾਗਤ ਹੈ ਲਾਈਵ ਭਾਰਤ ਨਿਊਜ਼ ਤੇ। ਸਤਿ ਸ਼੍ਰੀ ਅਕਾਲ। ਤੇ ਸਰ, ਜਿਹੜਾ ਜੁਆਇੰਟ ਰਿਪਲੇਸਮੈਂਟ ਹੈ, ਇਹਦੀ ਕਿਉਂ ਇੰਨੀ ਜ਼ਿਆਦਾ ਜ਼ਰੂਰਤ ਅੱਜ ਦੇ ਸਮੇਂ 'ਚ ਪੈ ਰਹੀ ਹੈ? ਅੱਜ ਕੱਲ੍ਹ ਅਸੀਂ ਐਕਸਰਸਾਈਜ਼ ਵਾਲੇ ਪਾਸੇ ਨਹੀਂ ਜਾਂਦੇ, ਅਸੀਂ ਵਾਕ ਨਹੀਂ ਕਰਦੇ, ਅਤੇ ਇਹਦੇ ਕਰਕੇ ਵੇਟ ਵੱਧ ਰਿਹਾ, ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ। ਅਤੇ ਇਹ ਸਭ ਚੀਜ਼ਾਂ ਕਰਕੇ ਜਦੋਂ ਵੇਟ ਵਧੇਗਾ, ਅਸੀਂ ਬਾਹਰ ਨਹੀਂ ਜਾਵਾਂਗੇ, ਹੱਡੀਆਂ ਕਮਜ਼ੋਰ ਹੋਵਾਂਗੀ, ਅਤੇ ਵਿਟਾਮਿਨ ਡੀ ਦੀ ਕਮੀ ਕਰਕੇ ਵੀ ਬੋਨਸ ਵੀਕ ਹੁੰਦੀਆਂ ਨੇ। ਅਤੇ ਏਜ ਜਿਹੜੀ ਵੱਧਦੀ ਹੈ ਉਹਦੇ ਨਾਲ ਫਿਰ ਜੁਆਇੰਟਸ ਘਿਸਦੇ ਹੈ, ਜਿਹਦੇ ਕਰਕੇ ਫਿਰ ਪੇਸ਼ੈਂਟ ਸ਼ੁਰੂ 'ਚ ਡਾਕਟਰਸ ਨੂੰ ਨਹੀਂ ਦਿਖਾਉਂਦੇ। ਜੇ ਸ਼ੁਰੂ 'ਚ ਹੀ ਅਸੀਂ ਇਹਦਾ ਇਲਾਜ ਕਰ ਲਈਏ ਤਾਂ ਗੋਡੇ ਬਚ ਵੀ ਜਾਂਦੇ ਨੇ, ਬਟ ਜੇ ਅਸੀਂ ਉਹਨੂੰ ਵਧਾਉਂਦੇ ਰਹੀਏ ਫਿਰ ਉਹ ਸਟੇਜ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਹੁਣ ਪੇਸ਼ੈਂਟ ਨੂੰ ਇੱਕ ਬੈਟਰ ਲਾਈਫ ਸਟਾਈਲ ਵਾਸਤੇ ਨੀ ਰਿਪਲੇਸਮੈਂਟ ਦੀ ਲੋੜ ਪੈ ਗਈ ਹੈ, ਅਤੇ ਦੈਨ ਵੀ ਇਟ ਸੁਜੈਸਟ ਕਿ ਨੀ ਰਿਪਲੇਸਮੈਂਟ ਦੀ ਲੋੜ ਹੈਗੀ ਹੈ। ਤੇ ਸਰ, ਇਹ ਜੋੜ ਬਦਲਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਜੇ ਅਸੀਂ ਰੈਗੂਲਰ ਐਕਸਰਸਾਈਜ਼ ਕਰੀਏ, ਆਪਣਾ ਵੇਟ ਨੂੰ ਕੰਟਰੋਲ 'ਚ ਰੱਖੀਏ, ਅਤੇ ਅਸੀਂ ਗੋਡੇ ਬਦਲਾਉਣ ਤੋਂ ਡਿਲੇ ਵੀ ਕਰ ਸਕਦੇ ਹਾਂ, ਰੁਕ ਵੀ ਸਕਦੇ ਹਾਂ। ਈਵਨ ਅੱਜ ਕੱਲ੍ਹ ਹੈਲਥ ਸਪਲੀਮੈਂਟਸ ਆਏ ਨੇ, ਜਿਸ ਤਰ੍ਹਾਂ ਜਿਹਨੂੰ ਲੋਕ ਕਹਿੰਦੇ ਜੀ ਗੋਡਿਆਂ ਦੀ ਗਰੀਸ ਬਣਾਉਣ ਦੀ ਦਵਾਈ ਹੈ, ਕੋਈ ਮਤਲਬ ਹੈਲਥ ਸਪਲੀਮੈਂਟਸ ਆਉਂਦੇ ਨੇ ਜਿਹੜੇ ਲੋਕ ਖਾਂਦੇ ਨੇ, ਡਾਕਟਰਸ ਵੀ ਅਸੀਂ ਪ੍ਰਿਸਕ੍ਰਾਈਬ ਕਰਦੇ ਹਾਂ, ਪਰ ਉਹਨਾਂ ਦਾ ਇੱਕ ਲਿਮਿਟਡ ਯੂਜ਼ ਹੈ। ਉਹ ਇਨੀਸ਼ੀਅਲ ਸਟੇਜਿਸ ਵਿੱਚ ਜਦੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ ਤਾਂ ਹੀ ਅਸਰ ਕਰਦੀ ਹੈ। ਜੇ ਅਸੀਂ ਲੇਟ ਕਰ ਦਈਏ ਫਿਰ ਉਹਦਾ ਅਸਰ ਨਹੀਂ ਹੁੰਦਾ। ਰੈਗੂਲਰ ਐਕਸਰਸਾਈਜ਼ ਕਰਨਾ, ਆਪਣੇ ਵੇਟ ਨੂੰ ਕੰਟਰੋਲ 'ਚ ਰੱਖਣਾ, ਡੇਲੀ ਹੈਲਦੀ ਡਾਈਟ ਖਾਣਾ, ਜੰਕ ਫੂਡ ਨਾ ਯੂਜ਼ ਕਰਨਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਜੁਆਇੰਟਸ ਨੂੰ ਬਚਾਉਂਦੀਆਂ ਨੇ ਅਤੇ ਸਾਨੂੰ ਇੱਕ ਹੈਲਦੀ ਲਾਈਫ ਸਟਾਈਲ 'ਚ ਪਾਉਂਦੀਆਂ ਨੇ, ਅਤੇ ਸਾਨੂੰ ਜੁਆਇੰਟ ਰਿਪਲੇਸਮੈਂਟ ਤੋਂ ਅਵੋਇਡ ਕਰਨ 'ਚ ਹੈਲਪ ਕਰਦੀਆਂ ਨੇ। ਡਾਕਟਰ ਸਾਹਿਬ, ਦੇਖਣ 'ਚ ਆਉਂਦਾ ਕਿ ਕਈ ਵਾਰੀ ਟੀਨਏਜਰਸ ਵੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਗ੍ਰਸਿਤ ਹਨ, ਕੀ ਕਹਿਣਾ ਚਾਹੋਗੇ? ਬੇਸਿਕਲੀ ਅੱਜ ਦੀ ਡੇਟ 'ਚ ਪਿੱਛੇ ਇੱਕ ਸਰਵੇ ਆਇਆ ਸੀ ਦੈਟ 60% ਆਫ ਚਿਲਡਰਨ ਇਨ ਪੰਜਾਬ ਆਰ ਓਬੀਜ਼। ਉਹਨਾਂ ਦਾ ਵੇਟ ਮਤਲਬ ਜ਼ਿਆਦਾ ਹੈ, ਮੋਟਾਪੇ 'ਚ ਹੈਗੇ ਨੇ, ਬਿਕੋਜ਼ ਅਸੀਂ ਬੱਚਿਆਂ ਨੂੰ ਪਿਆਰ ਸਾਡਾ ਜਿਹੜਾ ਹੈ ਉਹ ਜੰਕ ਫੂਡ 'ਚ ਹੈਗਾ ਕਿ ਬੱਚੇ ਨੂੰ ਜੋ ਵੀ ਕੁਝ ਕਰਨਾ ਹੈ ਜੀ, ਕੋਲਡ ਡਰਿੰਕਸ ਪਿਲਾਓ, ਜੰਕ ਫੂਡ ਖਾਣ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਫਿਰ ਬੱਚਿਆਂ ਦਾ ਵੇਟ ਵੱਧ ਜਾਂਦਾ ਹੈ। ਅਤੇ ਬਚਪਨ ਤੋਂ ਹੀ ਫਿਰ ਵਿਟਾਮਿਨ ਡੀ ਦੀ ਕਮੀ, ਹੈਲਦੀ ਡਾਈਟ ਨਾ ਖਾਣ ਕਰਕੇ, ਸੈਡੈਂਟਰੀ ਲਾਈਫ ਸਟਾਈਲ, ਬੱਚੇ ਅੱਜ ਕੱਲ੍ਹ ਮੋਬਾਈਲ 'ਤੇ ਗੇਮ ਖੇਲਦੇ ਹੈ, ਘਰੋਂ ਬਾਹਰ ਕੋਈ ਨਹੀਂ ਨਿਕਲਦਾ, ਆਊਟਡੋਰ ਸਪੋਰਟਸ ਨਹੀਂ ਖੇਲਦੇ, ਅਤੇ ਓਬਵੀਅਸਲੀ ਫਿਰ ਮਸਲ ਡਿਵੈਲਪਮੈਂਟ, ਬੋਨਸ ਦੀ ਡਿਵੈਲਪਮੈਂਟ ਨਹੀਂ ਹੁੰਦੀ। ਸੈਕਿੰਡ, ਜਿਹੜੇ ਐਥਲੀਟਸ ਨੇ ਜਿਹੜੇ ਬਹੁਤ ਜ਼ਿਆਦਾ ਭੱਜਦੇ ਨੇ, ਉਹਨਾਂ 'ਚ ਵੀ ਫਿਰ ਉਹ ਓਵਰ ਯੂਜ਼ ਕਰਕੇ ਉਹਨਾਂ 'ਚ ਜੁਆਇੰਟਸ ਦੀ ਪ੍ਰੋਬਲਮ ਆ ਜਾਂਦੀ ਹੈ। ਜ਼ਿਆਦਾ ਐਕਸਰਸਾਈਜ਼ ਵੀ ਹਾਨੀਕਾਰਕ ਹੈ ਬਾਡੀ ਲਈ? ਜ਼ਰੂਰਤ ਤੋਂ ਜ਼ਿਆਦਾ, ਮਤਲਬ ਓਵਰ ਸਟ੍ਰੈਸ। ਐਕਸਰਸਾਈਜ਼ ਇਜ਼ ਵੈਰੀ ਗੁੱਡ, ਪਰ ਜ਼ਰੂਰਤ ਤੋਂ ਜ਼ਿਆਦਾ ਉਹ ਫਿਰ ਜਦੋਂ ਅੱਜ ਕੱਲ੍ਹ ਕੰਪੀਟੀਸ਼ਨ ਦਾ ਜ਼ਮਾਨਾ, ਜਦੋਂ ਐਕਸਰਸਾਈਜ਼ ਨਹੀਂ ਕਰਦੇ ਉਹ ਫਿਰ ਕੰਪੀਟੀਸ਼ਨ 'ਚ ਆ ਜਾਂਦੇ ਹੈ, ਸੋ ਦੈਨ ਉਹ ਆਪਣੀ ਫਿਟਨੈਸ ਤੋਂ ਭੁੱਲ ਜਾਂਦੇ ਹੈ। ਕਈ ਵਾਰੀ ਸੁਣਨ ਜਾਂਦਾ ਕਿ ਕੋਈ ਖਿਡਾਰੀਆਂ ਦੀ, ਜਿਸ ਤਰ੍ਹਾਂ ਪਿੱਛੇ ਜੇ ਖਬਰਾਂ 'ਚ ਵੀ ਆਉਂਦਾ ਰਿਹਾ ਕਿ ਡੋਪ ਟੈਸਟ ਫੇਲ ਹੋ ਗਏ ਜਾਂ ਆਪਣਾ ਪੋਜ਼ੀਟਿਵ ਆ ਗਿਆ ਡੋਪ ਟੈਸਟ। ਉਹ ਤਾਂ ਚਲੋ ਦੇ ਟੇਕ ਸਮ ਇੰਜੈਕਸ਼ਨਸ ਫॉर ਇੰਪਰੂਵ, ਓਵਰ ਵਰਕਆਊਟ ਵਾਸਤੇ। ਨਹੀਂ, ਉਹ ਆਪਣੀ ਥੋੜ੍ਹੀ ਪਰਫੋਰਮੈਂਸ ਇੰਪਰੂਵ ਹੋ ਜਾਏ ਉਹਦੇ ਵਾਸਤੇ ਉਹ ਇੰਜੈਕਸ਼ਨਸ ਲੈਂਦੇ ਡੋਪ ਦੇ, ਦੈਟਸ ਅ ਸੈਪਰੇਟ ਥਿੰਗ। ਅਤੇ ਕਈ ਵਾਰੀ ਦੇਖਿਆ ਜਾਂਦਾ ਕਿ ਤੁਹਾਡੇ ਵੱਲੋਂ ਜਿਹੜੇ ਜੋੜ ਬਦਲੇ ਜਾਂਦੇ ਨੇ, ਬੜੀ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਵੀ ਮਰੀਜ਼ਾਂ ਨੂੰ ਆਉਂਦੀਆਂ, ਕੀ ਕਹਿਣਾ ਚਾਹੋਗੇ? ਸਰ, ਜੇ ਅਸੀਂ ਇੱਕ ਫਿਟ ਪੇਸ਼ੈਂਟ ਵਿੱਚ, ਪਹਿਲੀ ਗੱਲ ਜੁਆਇੰਟ ਰਿਪਲੇਸਮੈਂਟ ਕੋਈ ਇਹੋ ਜਿਹੀ ਸਰਜਰੀ ਨਹੀਂ ਹੈ ਕਿ ਅਸੀਂ ਕਿਸੇ 'ਚ ਵੀ ਕਰ ਦਈਏ। ਇਹ ਸਾਰੀ ਸਰਜਰੀਜ਼ 50 ਦੇ ਬਾਅਦ ਦੀ ਉਮਰ 'ਚ ਹੁੰਦੀਆਂ ਨੇ, ਅਤੇ ਉਸ ਟਾਈਮ ਇਹ ਹਾਰਟ ਵੀ ਵੀਕ ਹੋ ਰਿਹਾ ਹੈ, ਬਾਕੀ ਔਰਗਨਸ 'ਤੇ ਵੀ ਇਫੈਕਟ ਹੋ ਰਿਹਾ ਹੈ। ਅਤੇ ਸਭ ਤੋਂ ਪਹਿਲਾਂ, ਬਿਕੋਜ਼ ਜੁਆਇੰਟ ਰਿਪਲੇਸਮੈਂਟ ਇੱਕ ਇਲੈਕਟਿਵ ਸਰਜਰੀ ਹੈ। ਇਲੈਕਟਿਵ ਸਰਜਰੀ ਮਤਲਬ ਇਹ ਇੱਕ ਬੈਟਰ ਲਾਈਫ ਸਟਾਈਲ ਵਾਸਤੇ ਹੈ, ਇਹ ਕੋਈ ਮਤਲਬ ਜਾਨ ਬਚਾਉਣ ਵਾਲੀ ਚੀਜ਼ ਨਹੀਂ ਹੈ। ਸੋ ਇਹਦੇ ਵਿੱਚ ਜੇ ਅਸੀਂ ਅਨਫਿਟ ਪੇਸ਼ੈਂਟ ਵਿੱਚ ਇਹੋ ਜਿਹੀ ਸਰਜਰੀ ਕਰ ਦਾਂਗੇ ਤਾਂ ਡੈਫੀਨੇਟਲੀ ਪੇਸ਼ੈਂਟ ਫਿਟ ਨਹੀਂ ਹੈ, ਪ੍ਰੀਪੇਅਰਡ ਨਹੀਂ ਹੈ, ਅਤੇ ਇਹੋ ਜਿਹੇ ਪੇਸ਼ੈਂਟਸ ਵਿੱਚ ਕੰਪਲੀਕੇਸ਼ਨਸ ਆ ਸਕਦੀਆਂ ਨੇ। ਤਾਂ ਸਭ ਤੋਂ ਪਹਿਲਾਂ ਪੇਸ਼ੈਂਟ ਦੀ ਮੈਡੀਕਲ ਫਿਟਨੈਸ ਬਹੁਤ ਜ਼ਰੂਰੀ ਹੈ, ਕਿਉਂਕਿ ਆਪਰੇਸ਼ਨ ਜਿਹੜਾ ਹੈ ਉਹ ਗੋਡੇ ਦਾ ਨਹੀਂ ਹੁੰਦਾ, ਉਹ ਇਨਸਾਨ ਦਾ ਹੁੰਦਾ ਹੈ। ਨੰਬਰ 2,
ਜੇ ਅਸੀਂ ਅੱਛੀ ਕੁਆਲਿਟੀ ਦਾ ਜੁਆਇੰਟ ਯੂਜ਼ ਕਰੀਏ, ਬੈਟਰ ਹਸਪੀਟਲ 'ਚ ਕਰਾਈਏ ਜਿੱਥੇ ਮਲਟੀ ਸਪੈਸ਼ਲਿਟੀ ਕੰਪਰੀਹੈਂਸਿਵ ਕੇਅਰ ਹੈਗੀ ਹੈ, ਜਿਵੇਂ ਹਾਰਟ ਵਾਲੇ ਡਾਕਟਰ ਵੀ ਹੈਗੇ ਆ, ਬਿਕੋਜ਼ 50 ਦੇ ਪਲੱਸ ਹਾਰਟ, ਕਿਡਨੀ, ਲਿਵਰ, ਅਦਰ ਆਰਗਨਸ ਵੀ ਅਫੈਕਟ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਜਿਸ ਤਰ੍ਹਾਂ ਅਸੀਂ ਇੱਕ ਅੱਛੇ ਹਸਪੀਟਲ 'ਚ ਕਰਾਈਏ ਤਾਂ ਡੈਫੀਨੇਟਲੀ ਰਿਜ਼ਲਟਸ ਬਹੁਤ ਅੱਛੇ ਆਉਂਦੇ ਆ। ਸੋ ਨੀ ਰਿਪਲੇਸਮੈਂਟ ਇਜ਼ ਨਾਟ ਅ ਨਰਸਿੰਗ ਹੋਮ ਸਰਜਰੀ, ਇਟ ਇਜ਼ ਅ ਕੰਪਰੀਹੈਂਸਿਵ ਕੇਅਰ ਸਰਜਰੀ ਜਿਹਦੇ 'ਚ ਅਸੀਂ ਸਾਰੇ ਡਿਪਾਰਟਮੈਂਟਸ ਨੂੰ ਇਨਵੋਲਵ ਕਰਦੇ ਹਾਂ। ਨੰਬਰ 3 ਇਹਦੇ 'ਚ ਆਉਂਦਾ ਹੈ ਕਿ ਜੁਆਇੰਟ ਦੀ ਕੁਆਲਿਟੀ। ਅੱਜ ਕੱਲ੍ਹ ਕੀ ਹੈ ਕਿ ਓਬਵੀਅਸਲੀ ਸਬ ਸਟੈਂਡਰਡ ਜੁਆਇੰਟਸ ਬਹੁਤ ਮਾਰਕੀਟ 'ਚ ਆ ਗਏ ਨੇ, ਅਤੇ ਲੋਕੀ ਕਈ ਉਹ ਪਾ ਰਹੇ ਹੈ, ਅਤੇ ਉਹਨਾਂ ਦੀ ਓਬਵੀਅਸਲੀ ਲਾਈਫ ਘੱਟ ਹੈ, ਉਹ ਛੇਤੀ ਘਿਸ ਜਾਂਦੇ, 2-4 ਸਾਲ ਤੇ ਸਾਰੇ ਚੱਲ ਜਾਂਦੇ ਆ, ਉਹਦੇ ਬਾਅਦ ਪਤਾ ਲੱਗਦਾ ਕਿ ਉਹ ਜੁਆਇੰਟ ਦੀ ਕੁਆਲਿਟੀ ਵਾਸ ਨਾਟ ਗੁੱਡ। ਤਾਂ ਦੈਨ ਪੇਸ਼ੈਂਟਸ ਜਿਹੜੇ ਨੇ ਉਹ ਸਫਰ ਕਰਦੇ ਆ ਅਤੇ ਬਦਨਾਮੀ ਕਹਿੰਦੇ ਕਿ ਜੀ ਡਾਕਟਰ ਹਸਪੀਟਲ ਕਰਕੇ ਜੁਆਇੰਟ ਕਰਕੇ ਪਰੇਸ਼ਾਨੀ ਆ ਗਈ ਜਾਂ ਆਪਰੇਸ਼ਨ ਕਰਕੇ ਪਰੇਸ਼ਾਨੀ ਆਈ। ਉਹ ਬੇਸਿਕਲੀ ਆਪਰੇਸ਼ਨ ਕਰਕੇ ਨਹੀਂ ਆਈ ਸੀ, ਉਹ ਬੇਸਿਕਲੀ ਪੇਸ਼ੈਂਟ ਇਹ ਸਭ ਤੋਂ ਪਹਿਲੀ ਚੀਜ਼ ਆ ਕੇ ਪੁੱਛਦਾ ਹੈ ਜੀ ਖਰਚਾ ਕਿੰਨਾ ਹੋਏਗਾ। ਨੋ ਪੇਸ਼ੈਂਟਸ ਆਸਕ ਕਿ ਬਈ ਕੋਈ ਨਹੀਂ ਪੁੱਛਦਾ ਕਿ ਸਰ ਕੁਆਲਿਟੀ ਕਿਹੜੀ ਯੂਜ਼ ਕਰੋਗੇ, ਜੁਆਇੰਟ ਤੁਸੀਂ ਕਿਹੜੀ ਕੰਪਨੀ ਦਾ ਪਾਓਗੇ, ਮਤਲਬ ਇਹ ਕਿੰਨੇ ਸਾਲ ਚੱਲੇਗਾ, ਉਹ ਨਹੀਂ ਪੁੱਛਦੇ। ਫਿਰ 4th ਆਉਂਦੀ ਹੈ ਟੈਕਨੋਲੋਜੀ, ਹਾਊ ਯੂ ਡੂ ਦਾ ਸਰਜਰੀ ਐਂਡ ਤੁਹਾਡਾ ਐਕਸਪੀਰੀਅੰਸ ਕਿੰਨਾ ਸਰਜਰੀ ਦਾ। ਬਿਕੋਜ਼ ਜਦੋਂ ਅੱਜ ਕੱਲ੍ਹ ਐਵਰੀਵੇਅਰ ਨੀ ਰਿਪਲੇਸਮੈਂਟ ਹਰ ਕੋਈ ਕਰ ਰਿਹਾ ਹੈ, ਐਕਸਪੀਰੀਅੰਸ ਹੋਏ ਨਹੀਂ ਹੋਏ, ਚਾਹੇ 2 ਘੰਟੇ ਲੱਗਣ ਚਾਹੇ 4 ਘੰਟੇ ਲੱਗਣ ਇੱਕ ਸਰਜਰੀ 'ਚ, ਓਬਵੀਅਸਲੀ ਜਿੰਨਾ ਅਸੀਂ ਦੇਰ ਜੁਆਇੰਟ ਖੁੱਲ੍ਹਿਆ ਰਹੇਗਾ, ਜਿੰਨਾ ਮਸਲ ਡੈਮੇਜ ਹੋਏਗੀ, ਉਹ ਐਕਸਰੇ 'ਚ ਨਹੀਂ ਆਣੀ ਕਿ ਕਿੰਨੀ ਆਪਰੇਸ਼ਨ ਦੇ ਦੌਰਾਨ ਮਸਲ ਡੈਮੇਜ ਹੋਈ ਹੈ। ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਵਿੱਚ ਪੇਸ਼ੈਂਟ ਦੇ ਉੱਤੇ ਰਿਫਲੈਕਟ ਕਰਦੀਆਂ ਨੇ ਐਂਡ ਪੇਸ਼ੈਂਟਸ ਉਹਦੇ ਬਾਅਦ ਟਰਬਲਡ ਹੁੰਦੇ ਹੈ। ਬਟ ਇਹਦੇ 'ਚ ਜੁਆਇੰਟ ਰਿਪਲੇਸਮੈਂਟ ਇਜ਼ ਅ ਵੈਰੀ ਸਕਸੈਸਫੁਲ ਸਰਜਰੀ ਪ੍ਰੋਵਾਈਡਡ ਤੁਸੀਂ ਬੈਸਟ ਜੁਆਇੰਟ ਯੂਜ਼ ਕਰੋ, ਬੈਸਟ ਹਸਪੀਟਲ 'ਚ ਪਵਾਓ, ਲੇਟੈਸਟ ਟੈਕਨੋਲੋਜੀਜ਼ ਤੋਂ ਪਵਾਓ, ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਫਿਟ ਅਤੇ ਬੈਸਟ ਪੇਸ਼ੈਂਟ 'ਚ ਪਵਾਓ, ਤਾਂ ਰਿਜ਼ਲਟਸ ਚੰਗੇ ਆਉਂਦੇ ਆ। ਜਦੋਂ ਜੁਆਇੰਟ ਰਿਪਲੇਸ ਤੁਸੀਂ ਕਰ ਦਿੰਦੇ ਭਾਵੇਂ ਉਹ ਚੂਲਾ ਹੋਵੇ, ਭਾਵੇਂ ਕੋਈ ਮੋਢਾ ਹੋਵੇ ਜਾਂ ਕੋਈ ਆਪਣਾ ਗੋਡੇ ਦਾ ਬਦਲਾਅ ਹੋਵੇ, ਇਹ ਕੀ ਪਰਹੇਜ਼ ਦੱਸੇ ਜਾਂਦੇ ਮਰੀਜ਼ ਨੂੰ ਇਹਦੇ ਲਈ? ਨੋਰਮਲੀ ਜੁਆਇੰਟ ਰਿਪਲੇਸਮੈਂਟ ਜਿਸ ਤਰ੍ਹਾਂ ਗੋਡੇ ਅਸੀਂ ਬਦਲਦੇ ਹਾਂ ਅਤੇ ਉਹਦੇ ਅਗਲੇ ਦਿਨ ਪੇਸ਼ੈਂਟ ਨੂੰ ਅਸੀਂ ਚਲਾ ਦਿੰਦੇ ਹਾਂ, ਅਤੇ ਨੈਕਸਟ ਡੇ ਪੇਸ਼ੈਂਟਸ ਵਾਕ ਕਰਨੇ ਸ਼ੁਰੂ ਕਰ ਦਿੰਦੇ ਆ। 3rd 4th ਡੇ ਟੋਇਲਟ ਸੀਟ ਤੱਕ ਜਾਣਾ ਸ਼ੁਰੂ ਕਰ ਦਿੰਦੇ ਆਪਣੇ ਆਪ, ਐਂਡ ਬਾਏ ਦਾ ਟਾਈਮ ਅਸੀਂ 5-6 ਦਿਨ 'ਚ ਘਰ ਭੇਜਦੇ ਹਾਂ। ਪੇਸ਼ੈਂਟ ਖੁਦ ਵਾਕ ਕਰ ਰਿਹਾ ਹੁੰਦਾ ਐਂਡ ਇੰਡੀਪੈਂਡੈਂਟ ਹੁੰਦਾ ਹੈ। ਬਾਕੀ ਰਹੀ ਗੱਲ ਪਾਰਕ 'ਚ ਸੈਰ ਕਰਨਾ ਵਗੈਰਾ, ਉਹ ਅਸੀਂ ਵਿਦਿਨ 25 ਡੇਜ਼ ਪੇਸ਼ੈਂਟ ਸਟੇਅਰ ਕਲਾਈੰਬਿੰਗ, ਪਾਰਕ ਸੈਰ ਕਰਨਾ ਸਭ ਸ਼ੁਰੂ ਕਰ ਦਿੰਦਾ ਹੈ। ਬਟ ਦ ਓਨਲੀ ਥਿੰਗਸ ਵੀ ਸੇ ਕਿ ਪਹਿਲੀ ਗੱਲ ਕਿਸੇ ਵੀ ਚੋਟ ਤੋਂ ਆਪਣੇ ਆਪ ਨੂੰ ਬਚਾਉਣਾ ਹੈ। ਕਿਤੇ ਵੀ ਜਿੱਥੇ ਸਲਿਪਰੀ ਹੈ, ਪਾਣੀ ਗਿਰਿਆ ਪਿਆ ਹੈ, ਕਿੱਥੇ ਅੰਧੇਰਾ ਹੈ, ਉੱਥੇ ਨਹੀਂ ਜਾਣਾ। ਸੈਕੰਡਲੀ ਤੁਸੀਂ ਵਾਕ ਰੈਗੂਲਰ ਕਰਨੀ ਹੈ, ਐਕਸਰਸਾਈਜ਼ ਰੈਗੂਲਰ ਕਰਨੀ ਹੈ, ਆਪਣੇ ਵੇਟ ਨੂੰ ਕੰਟਰੋਲ ਰੱਖਣਾ ਹੈ ਅਤੇ ਚੋਟ ਤੋਂ ਬਚਾਉਣਾ ਹੈ ਆਪਣੇ ਆਪ ਨੂੰ, ਐਂਡ ਇਨਫੈਕਸ਼ਨ ਤੋਂ ਬਚਾਉਣਾ ਹੈ। ਜੇ ਤੁਸੀਂ ਇਹੋ ਜਿਹੀ ਆਪਰੇਸ਼ਨ ਦੇ ਦੌਰਾਨ ਅਤੇ ਬਾਅਦ ਵਿੱਚ ਮਤਲਬ ਘਰ 'ਚ ਗੈਸਟ ਨੂੰ ਨਹੀਂ ਬੁਲਾਉਣਾ, ਆਪਣੇ ਤੋਂ ਦੂਰੀ ਬਣਾਏ ਰੱਖਣੀ ਹੈ, ਬਿਕੋਜ਼ ਇਮਿਊਨਿਟੀ ਡਾਊਨ ਹੁੰਦੀ ਹੈ ਸਰਜਰੀ ਦੇ ਇੱਕਦਮ ਬਾਅਦ, ਅਤੇ ਥੋੜ੍ਹੀ ਦੇਰ ਪਰਹੇਜ਼ ਰੱਖਣੇ ਪੈਂਦੇ ਹੈ। ਤੇ ਡਾਕਟਰ ਸਾਹਿਬ ਡਾਇਬਟਿਕ ਪੇਸ਼ੈਂਟ ਜਿਸ ਤਰ੍ਹਾਂ ਬਹੁਤ ਜ਼ਿਆਦਾ ਸ਼ੂਗਰ ਦੀ ਬਿਮਾਰੀ ਵੱਧ ਰਹੀ ਹੈ, ਤੇ ਕੀ ਗੱਲ ਇਹ ਆਪਰੇਸ਼ਨ ਸਫਲ ਨੇ ਜੁਆਇੰਟ ਰਿਪਲੇਸਮੈਂਟ ਉਹਨਾਂ ਮਰੀਜ਼ਾਂ 'ਚ? ਦੇਖੋ ਇਸ ਤਰ੍ਹਾਂ ਹੈ, ਅੱਜ ਕੱਲ੍ਹ ਹਰ ਤੀਜੇ ਚੌਥੇ ਪੇਸ਼ੈਂਟ ਨੂੰ ਡਾਇਬਟੀਜ਼ ਹੈ। ਹੁਣ ਜੇ ਕੋਈ ਡਾਇਬਟਿਕ ਪੇਸ਼ੈਂਟ ਮੇਰੇ ਕੋਲ ਆਉਂਦਾ ਹੈ, ਉਹਨੂੰ ਜੁਆਇੰਟ ਦੀ ਪ੍ਰੋਬਲਮ ਹੈ, ਅਤੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਨਹੀਂ ਤੁਹਾਡਾ ਨਹੀਂ ਹੋ ਸਕਦਾ, ਤੁਸੀਂ ਦਰਦ ਸਹਿੰਦੇ ਰਹੋ। ਉਹਨਾਂ ਦੀ ਸ਼ੂਗਰ ਅਸੀਂ ਗਾਇਬ ਨਹੀਂ ਕਰ ਸਕਦੇ, ਪਰ ਕੰਟਰੋਲ ਕਰ ਸਕਦੇ ਹਾਂ। ਕਈ ਪੇਸ਼ੈਂਟਸ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਕਰਨ ਲੱਗੇ ਡਾਕਟਰਸ ਨੂੰ 3-3 ਮਹੀਨੇ ਲੱਗ ਜਾਂਦੇ ਆ। ਅਸੀਂ ਵੇਟ ਕਰਦੇ ਹਾਂ, ਨੋ ਪ੍ਰੋਬਲਮ, ਬਿਕੋਜ਼ ਇਟ ਇਜ਼ ਅ ਇਲੈਕਟਿਵ ਸਰਜਰੀ। ਅਤੇ ਤੁਸੀਂ ਕੰਟਰੋਲ ਕਰ ਲਓ ਪ੍ਰੋਪਰਲੀ, ਕਿਉਂਕਿ ਜੇ ਇੱਕ ਵਾਰ ਬਲੱਡ 'ਚ ਸ਼ੂਗਰ ਨੋਰਮਲ ਆ ਗਈ, ਇਹ ਨਹੀਂ ਕਿ ਕੰਟਰੋਲ ਹੋ ਗਈ, ਬੋਡੀ ਦੇ ਹਰ ਸੈੱਲ ਵਿੱਚ ਸ਼ੂਗਰ ਹਲੇ ਵਧੀ ਹੈ, ਠੀਕ ਹੈ, ਅਤੇ ਉਹਨੂੰ ਕੰਟਰੋਲ ਹੁੰਦੇ ਅਪਰੋਕਸੀਮੇਟਲੀ 3 months ਲੱਗ ਜਾਂਦੇ ਆ। ਵੰਸ 3 months ਪੂਰੀ ਸ਼ੂਗਰ ਕੰਟਰੋਲ ਰਹੇ, ਉਹਦੇ ਬਾਅਦ ਕੰਟਰੋਲ ਸ਼ੂਗਰ 'ਚ ਕਰਾ ਸਕਦੇ ਆ, ਅਸੀਂ ਕਰਦੇ ਹਾਂ ਨੋਰਮਲੀ। ਤੇ ਸਰ ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕੀਤੀ ਟਾਈਮ ਦੇ ਲਿਹਾਜ਼ ਨਾਲ, ਅਤੇ ਦੇਖਿਆ ਜਾਂਦਾ ਕਿ ਬੜੀਆਂ ਤਰ੍ਹਾਂ ਦੀਆਂ ਸਰਜਰੀ ਸਟਿਚਲੈਸ ਵੀ ਕੀਤੀਆਂ ਜਾਂਦੀਆਂ ਡਾਕਟਰਸ ਵੱਲੋਂ, ਕੰਸਰਨਡ ਵੱਖਰੇ ਜੋ ਵੀ ਸਪੈਸ਼ਲਾਈਜੇਸ਼ਨ ਹੈ, ਇਹਦੇ 'ਚ ਵੀ ਕੋਈ ਸਟਿਚਲੈਸ ਸਰਜਰੀ ਹੈਗੀ ਹੈ? ਹਾਂਜੀ, ਆਈ ਐਮ ਡੂਇੰਗ ਸਟਿਚਲੈਸ ਸਰਜਰੀ ਇਨ ਨੀ ਰਿਪਲੇਸਮੈਂਟ ਆਲਸੋ। ਬਸ ਸਟਿਚਲੈਸ ਕਰਦੇ ਹਾਂ, ਉਹਦੇ 'ਚ ਕੋਈ ਸਟਿਚਸ ਨਹੀਂ ਹੁੰਦੇ, ਬਟ ਐਂਡ ਪੇਸ਼ੈਂਟ ਅਗਲੇ ਦਿਨ ਚਲਾ ਦਿੰਦੇ ਹਾਂ। ਪਰ ਨੀਜ਼ ਵਾਸਤੇ ਸਿਰਫ ਜਿਹੜਾ ਸਟਿਚਲੈਸ ਟੈਕਨੀਕ ਹੈ ਉਹ ਥੋੜ੍ਹੀ ਡਿਫਰੈਂਟ ਹੈ ਅਤੇ ਥੋੜ੍ਹੀ ਹਾਈਟੈਕ ਹੈ। ਉਹਦਾ ਕਾਰਨ ਇਹ ਹੈ ਕਿਉਂਕਿ ਗੋਡੇ 'ਤੇ ਮੋੜ ਹੈ, ਜਦੋਂ ਗੋਡਾ ਮੁੜਦਾ ਹੈ,
ਜਦੋਂ ਇਸ ਤਰ੍ਹਾਂ ਇਹ ਜੁਆਇੰਟ ਹੈ ਇਹ ਮੁੜੇਗਾ ਤੇ ਜੇ ਅੱਗੇ ਅਸੀਂ ਕੱਟ ਦਿੱਤਾ ਹੋਇਆ ਫਰੰਟ ਤੇ ਉਹ ਖਿੱਚੇਗਾ। ਤੇ ਇਹਦੇ ਵਾਸਤੇ ਸਿੰਪਲ ਜਿਹੜਾ ਹੈਗਾ ਜਿਹੜਾ ਅਸੀਂ ਸਟਿਚਲੈਸ ਯੂਜ਼ ਕਰਦੇ ਆ ਉਹ ਵਾਲਾ ਨਹੀਂ ਅਸੀਂ ਕਰਦੇ, ਇਹਦੇ ਵਾਸਤੇ ਸਪੈਸ਼ਲ ਪ੍ਰੀਨੀਓ ਆਂਦਾ ਹੈ, ਅਸੀਂ ਉਹ ਯੂਜ਼ ਕਰਦੇ ਹਾਂ। ਡਾਕਟਰ ਸਾਹਿਬ ਤੁਸੀਂ ਲਾਈਵ ਸਾਡੇ ਦਰਸ਼ਕਾਂ ਨੂੰ ਦਿਖਾਓਗੇ ਜਿਹੜੇ ਗੋਡੇ ਘਸ ਜਾਂਦੇ ਆ ਕੈਮਰੇ ਦੇ ਸਾਹਮਣੇ, ਤਾਂ ਜੋ ਦਰਸ਼ਕ ਚੰਗੀ ਤਰ੍ਹਾਂ ਸਮਝਣ ਸਕਣ ਕਿ ਵਾਕਈ ਇਹ ਜਿਹੜੇ ਗੋਡੇ ਆ ਇਹ ਕਿੱਥੋਂ ਘਸਦੇ ਆ ਤੇ ਕਿਸ ਤਰ੍ਹਾਂ ਇਹ ਨਵੇਂ ਤੁਸੀਂ ਜਿਹੜੇ ਸ਼ੈੱਲ ਪਾਉਂਦੇ ਹੋ ਜਾਂ ਦੇਖੋ ਇਹਦੇ 'ਚ ਨਾ ਕੋਈ ਗੋਡਾ ਨਹੀਂ ਬਦਲਦੇ, ਗੋਡੇ ਦੀ ਪਰਤ ਨੂੰ ਬਦਲਦੇ ਆ। ਜੇ ਇੱਥੇ ਵੀਡੀਓ 'ਚ ਦਿਖਾ ਸਕੋ ਤੇ ਮੈਂ ਦਿਖਾ ਦਿੰਦਾ, ਜਿਸ ਤਰ੍ਹਾਂ ਇਹ ਨੀ ਜੁਆਇੰਟ ਹੈਗਾ, ਠੀਕ ਹੈ ਜੀ, ਤੇ ਇਹ ਗਰੀਸ ਹੈਗੀ ਹੈ। ਐਂਡ ਜਦੋਂ ਇਹ ਗੋਡਾ ਜਿਹੜਾ ਹੈ ਇਹ ਉਮਰ ਦੇ ਨਾਲ ਕਿਸ ਤਰ੍ਹਾਂ ਸ਼ੁਰੂ ਹੈ, ਜਿਸ ਤਰ੍ਹਾਂ ਮੁਲਾਇਮ ਚੱਲ ਰਿਹਾ, ਇਹ ਗਰੀਸ ਹੈਗੀ ਹੈ ਵਾਈਟ ਕਲਰ ਦੇ, ਇਹਨੂੰ ਕਾਰਟਿਲੇਜ ਕਹਿੰਦੇ ਆ, ਇਹ ਘਿਸ ਜਾਂਦਾ ਹੈ। ਤੇ ਅਸੀਂ ਕੀ ਕਰਦੇ ਆ, ਇਹਦੇ 'ਚ ਕੋਈ ਜੁਆਇੰਟ ਨਹੀਂ ਬਦਲਣਾ, ਸਿਰਫ ਜੋ ਡਿਜ਼ੀਜ਼ਡ ਪਾਰਟ ਹੈ ਉਹਨੂੰ ਅਸੀਂ ਗ੍ਰਾਈਂਡ ਕਰ ਦਿੰਦੇ ਆ, ਠੀਕ ਹੈ। ਤੇ ਜਸਟ ਤਿਆਰੀ ਕਰਕੇ ਇਹਦੀ ਅਲਾਈਨਮੈਂਟ ਅਸੀਂ ਪ੍ਰੋਪਰ ਕਰ ਦਿੰਦੇ ਆ ਕਿ ਜਿਹੜੀ ਲੱਤ ਟੇਢੀ ਆ ਉਹ ਸਿੱਧੀ ਹੋ ਜਾਏ। ਜਸਟ ਅਸੀਂ ਇਹਨੂੰ ਸੀਮੈਂਟ ਲਗਾਉਂਦੇ ਆ ਇਸ ਤਰ੍ਹਾਂ, ਤੇ ਇਹਦੇ ਸੀਮੈਂਟ ਦੇ ਉੱਤੇ ਹੀ ਅਸੀਂ ਇਹ ਕੈਪਿੰਗ ਕਰ ਦਿੰਦੇ ਆ। ਬੇਸਿਕਲੀ ਕੋਈ ਗੋਡਾ ਨਹੀਂ ਬਦਲਣਾ, ਗੋਡੇ ਦੀ ਪਰਤ ਨੂੰ ਅਸੀਂ ਬਦਲ ਦਿੰਦੇ ਆ। ਇਟ ਇਜ਼ ਰੀਸਰਫੇਸਿੰਗ, ਦਿਸ ਇਜ਼ ਓਨਲੀ ਕਾਲਡ ਨੀ ਰਿਪਲੇਸਮੈਂਟ। ਜਿਸ ਤਰ੍ਹਾਂ ਚਪਨੀ ਵੀ ਬਦਲ ਦਿੱਤੀ ਐਂਡ ਵਾਪਸ ਤੇ ਕੈਪਿੰਗ ਕਰ ਦਿੱਤੀ, ਸਮਥਿੰਗ ਲਾਈਕ ਦਿਸ, ਜਿਸ ਤਰ੍ਹਾਂ ਇਹ ਮਾਡਲ ਤੇ ਦਿਖਾ ਰਹੇ ਆ। ਤੇ ਇਹ ਤਿੰਨ ਚੀਜ਼ਾਂ ਨੇ 1 2 3। ਅਸੀਂ ਜਸਟ ਇਹਨੂੰ ਜਿਹੜੀ ਡਿਜ਼ੀਜ਼ਡ ਬੋਨ ਹੈ ਉਹਨੂੰ ਗ੍ਰਾਈਂਡ ਕਰਕੇ ਸਿਰਫ ਕੈਪਿੰਗ ਕਰ ਦਿੰਦੇ ਆ, ਤੇ ਥੱਲੇ ਵਾਲੀ ਵੀ ਗ੍ਰਾਈਂਡ ਕਰਕੇ ਕੈਪ ਕਰਕੇ ਐਂਡ ਸਪੇਸਰ ਪਾ ਦਿੰਦੇ ਆ। ਐਂਡ ਵਿਦ ਦਿਸ ਦ ਵੈਰੀ ਨੈਕਸਟ ਡੇ ਪੇਸ਼ੈਂਟ ਚੱਲ ਪੈਂਦਾ ਹੈ। ਤੇ ਡਾਕਟਰ ਸਾਹਿਬ ਕਹਿਣ 'ਚ ਕਿ ਆਪਣਾ ਆਰਥਰਾਈਟਿਸ ਵੀ ਇੱਕ ਬਿਮਾਰੀ ਹੈ ਕਿ ਜਦੋਂ ਤੁਸੀਂ ਜੁਆਇੰਟ ਰਿਪਲੇਸਮੈਂਟ ਕਰਦੇ ਹੋ ਇਹ ਬਿਮਾਰੀ ਵੀ ਦੂਰ ਹੋ ਜਾਂਦੀ ਹੈ, ਤੇ ਕੀ ਕਹੋਗੇ? ਆਰਥਰਾਈਟਿਸ ਸਰ 100 ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਰਿਊਮੇਟੋਇਡ ਆਰਥਰਾਈਟਿਸ, ਜਿਹਨੂੰ ਅਸੀਂ ਕਹਿੰਦੇ ਹਾਂ ਗਠੀਆ। ਗਠੀਆ ਗਾਇਬ ਨਹੀਂ ਹੋ ਸਕਦਾ, ਇਹਨੂੰ ਕੰਟਰੋਲ ਕਰ ਸਕਦੇ ਆ। ਪਰ ਜਿਹੜਾ ਆਸਟੀਓ ਆਰਥਰਾਈਟਿਸ ਹੈ, ਜਿਹੜੀ ਉਮਰ ਕਰਕੇ ਜੋੜਾਂ ਦਾ ਘਿਸਣਾ, ਉਹਨੂੰ ਵੀ ਉਮਰ ਨੂੰ ਅਸੀਂ ਪਿੱਛੇ ਨਹੀਂ ਕਰ ਸਕਦੇ। ਬਟ ਯੈਸ, ਇਹਨੂੰ ਅਸੀਂ ਕਿਉਰ ਕਰ ਸਕਦੇ ਹਾਂ, ਮਤਲਬ ਇਹਨੂੰ ਗਾਇਬ ਨਹੀਂ ਕਰ ਸਕਦੇ, ਇਹਨੂੰ ਟਰੀਟ ਕਰ ਸਕਦੇ ਹਾਂ ਕਿ ਟਾਈਮ ਸਿਰ ਅਸੀਂ ਦਵਾਈਆਂ ਖਾ ਲਈਏ, ਰੈਗੂਲਰ ਹੈਲਦੀ ਲਾਈਫ ਸਟਾਈਲ ਰੱਖੀਏ, ਤੇ ਵੀ ਕੈਨ ਹੈਵ ਅ ਹੈਲਦੀ ਲਾਈਫ। ਤੇ ਇਹ ਸਨ ਸਾਡੇ ਨਾਲ ਡਾਕਟਰ ਮੋਹਿਤ ਅਰੋੜਾ ਜੀ, ਜਿਨ੍ਹਾਂ ਨੇ ਬੜੀ ਸੰਖੇਪ ਨਾਲ ਸਾਨੂੰ ਜਾਣਕਾਰੀ ਦਿੱਤੀ ਜੋੜਾਂ ਦੇ ਬਦਲਣ ਬਾਰੇ ਤੇ ਜੋੜਾਂ ਨੂੰ ਮਜ਼ਬੂਤ ਕਿਸ ਤਰ੍ਹਾਂ ਰੱਖਿਆ ਜਾ ਸਕਦਾ। ਤੇ ਆਪਣੇ ਜਿਹੜਾ ਜੰਕ ਫੂਡ ਅੱਜ ਕੱਲ੍ਹ ਦੀ ਜਨਰੇਸ਼ਨ ਬੜੀ ਡਿਪੈਂਡ ਹੈ ਇਹਦੇ 'ਤੇ, ਦਿਨ ਬ ਦਿਨ ਆਪਣੀ ਗਤੀਵਿਧੀਆਂ ਐਕਸਰਸਾਈਜ਼ ਤੋਂ ਦੂਰ ਹੁੰਦੇ ਜਾ ਰਹੇ ਨੇ, ਤੇ ਉਹਦੇ ਕਾਰਨ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਅਗਲੇ ਹਫਤੇ ਫਿਰ ਤੁਹਾਨੂੰ ਕਿਸੇ ਖਾਸ ਸ਼ਖਸੀਅਤ ਨਾਲ ਗੱਲਬਾਤ ਕਰਾਵਾਂਗੇ। ਤਦ ਤੱਕ ਲਈ ਧੰਨਵਾਦ। ਲਾਈਵ ਭਾਰਤ ਨਿਊਜ਼ ਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ।